सतगुर की जिसनों मत आवे सो सतगुर माही समाना। एह बाणी जो जियों जाने तिस अंतर रवै हर नाम। बाणी गुरु गुरु है बाणी विच बाणी अमृत सारे। गुर बाणी कहे सेवक जन माने परतख गुरु निस्तारे। बाणी बिरलो विचारसी जे को गुरमुख होए। एह बाणी महापुरख की निज घर वासा होए। मन्ने की गत कही ना जाए जे को कहे पिछे पछताए। कागद कलम ना लिखण हार मन्ने का बह करण विचार। ऐसा नाम निरंजन होए। जे को मन जाने मन कोए। ऐसा नाम निरंजन होए। जे को मन जाने मन कोए। वाहिगुरु जी का खालसा वाहिगुरु जी की फतेह। जपजी साहिब जी की 12वीं पौड़ी जिसका पाठ अज आप जी ने सरवण किया है। इसकी विचार भाई हरनाम सिंह हैड ग्रंथी गुरुद्वारा सीसगंज साहब आप जी को सरवण कराउणगे।
ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਵਲੰਟੀਅਰ ਸੇਵਾ ਦੇ ਵਿੱਚ ਆਪ ਜੀ ਜ਼ਰੂਰ ਹਾਜ਼ਰ ਹੋਵੋ। ਹਫ਼ਤੇ ਵਿੱਚ ਇੱਕ ਦਿਨ ਆ ਕੇ ਸੇਵਾ ਕਰਨੀ ਹੈ। ਆਧਾਰ ਕਾਰਡ ਦੀ ਕਾਪੀ ਦੇ ਕੇ ਵਲੰਟੀਅਰ ਕਾਰਡ ਬਣਵਾ ਸਕਦੇ ਹੋ। ਸੇਵਾ ਦੇ ਸਮੇਂ ਕਾਰਡ ਆਪਣੇ ਗਲੇ ਵਿੱਚ ਪਾ ਕੇ ਰੱਖੋ। ਜੋ 550 ਬੱਚੇ ਅਡਾਪਟ ਕੀਤੇ ਹਨ, ਇਹ ਉਹ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੈਗੇ ਜਾਂ ਮਾਤਾ ਪਿਤਾ ਹੈਗੇ ਨੇ ਪਰ ਗਰੀਬ ਨੇ, ਫੀਸਾਂ, ਕਿਤਾਬਾਂ, ਵਰਦੀਆਂ ਬੱਚਿਆਂ ਨੂੰ ਲੈ ਕੇ ਨਹੀਂ ਦੇ ਸਕਦੇ। ਸੋ ਸਾਰਿਆਂ ਨੂੰ ਬੇਨਤੀ ਹੈ ਭਾਈ, ਆਪਾਂ ਇਸ ਸੇਵਾ ਦੇ ਵਿੱਚ ਹਿੱਸਾ ਪਾਈਏ। ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ। ਗੁਰਦੁਆਰਾ ਟਿਕਾਣਾ ਸਾਹਿਬ ਪੰਜਾਬੀ ਬਾਗ ਦੇ ਮੁੱਖ ਸੇਵਾਦਾਰ ਦਾਸ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਵੱਲੋਂ ਬੇਨਤੀ ਹੈ ਕਿ ਵੱਡੇ ਮਹਾਂਪੁਰਖ ਮਹੰਤ ਹਰਬੰਸ ਸਿੰਘ ਜੀ ਦੀ ਪਹਿਲੀ ਬਰਸੀ, ਉਹਨਾਂ ਦੀ ਮਿੱਠੀ ਯਾਦ ਵਿੱਚ ਹੋਰ ਜਿਹੜੇ ਵੱਡੇ ਸੇਵਾ ਪੰਥੀ ਮਹਾਂਪੁਰਖ ਹੋਏ ਨੇ, ਉਹਨਾਂ ਦੀ ਯਾਦ 26 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਮਨਾਉਂਦਿਆਂ ਗੁਰਮਤਿ ਸਮਾਗਮ ਹੋਣਗੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਹੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਸ਼ਬਦਾਵਤਾਰ ਬਾਣੀ ਦੇ ਬੋਹਿਤ, ਜੁਗੋ ਜੁਗ ਅਟਲ, ਪਰਮ ਸਨਮਾਨ ਯੋਗ, ਪਰਮ ਸਤਕਾਰ ਯੋਗ, ਚਵਰ ਛਤਰ ਤਖਤ ਕੇ ਮਾਲਿਕ, ਸਾਹਿਬੇ ਇਕਬਾਲ, ਸਾਹਿਬੇ ਬਰਕਤ, ਸਾਹਿਬੇ ਕਮਾਲ, ਮੁਰਸ਼ਦੇ ਕਾਮਲ, ਕਾਮਲੇ ਰਹਿਬਰ, ਰੌਸ਼ਨੇ ਚਿਰਾਗ ਨੂਰੇ ਨਜ਼ਰ, ਪੀਰਾਂ ਦੇ ਪੀਰ, ਬਾਬਿਆਂ ਦੇ ਬਾਬੇ, ਜੋਗੀਆਂ ਦੇ ਜੋਗੀ, ਨਾਥਾਂ ਦੇ ਨਾਥ, ਰਹਿਬਰਾਂ ਦੇ ਰਹਿਬਰ, ਗੁਰੂਆਂ ਦੇ ਗੁਰੂ, ਧੰਨ ਧੰਨ ਪਿਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਮਹਾਨ ਸਤਿਗੁਰੂ ਅਸ਼ਟਮ ਬਲਬੀਰਾ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰੂ ਕੀ ਕਥਾ ਸੁਣ ਰਹੀ ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦਕੇ ਗੁਰੂ ਤੁਹਾਡੇ ਤੋਂ ਇਸ ਮਹਾਨ ਅਸਥਾਨ ਤੱਕ ਪੁੱਜ ਗਏ ਹੋ।
ਤੇ ਜੇ ਪੁੱਜ ਗਏ ਹੋ ਤੇ ਕਿਉਂ ਨਾ ਕੁਝ ਸਮਾਂ ਬੈਠ ਕੇ ਵਡਭਾਗੀ ਵੀ ਬਣ ਜਾਓ, ਕਿਉਂਕਿ ਵਡਭਾਗੀ ਤੇ ਤਾਂ ਹੀ ਬਣੋਗੇ ਵਡਭਾਗੀ ਹਰ ਸੰਗਤ ਪਾਵੈ। ਦਾਸ ਬੇਨਤੀ ਕਰਦਾ ਹੁੰਦਾ, ਇੱਕ ਤੇ ਉਹ ਹੈ ਨਾ ਜਿਹਦੇ ਕੋਲ ਪਾਣੀ ਨਹੀਂ ਹੈ, ਉਹ ਪਿਆਸ ਨਾਲ ਤੜਪ ਰਿਹਾ ਹੈ, ਤ੍ਰੇਹ ਲੱਗੀ ਹੈ, ਪਰ ਪਾਣੀ ਨਹੀਂ ਹੈ। ਕੁਝ ਤਸੱਲੀ ਹੋ ਜਾਂਦੀ ਹੈ, ਪਰ ਤੜਪ ਰਿਹਾ ਹੋਵੇ ਪਾਣੀ ਤੋਂ, ਪਾਣੀ ਹੋਵੇ ਸਾਹਮਣੇ, ਮੂੰਹ ਤੱਕ ਗਿਲਾਸ ਵੀ ਜਾਵੇ ਪਰ ਪੀ ਨਾ ਸਕੇ, ਉਸ ਤੋਂ ਵੱਡਾ ਭਾਗਾ ਕੌਣ ਹੋ ਸਕਦਾ ਹੈ। ਇੱਕ ਤੇ ਉਹ ਹੈ ਨਾ ਜਿਹਦੇ ਕੋਲ ਭੋਜਨ ਨਹੀਂ ਹੈ, ਭੁੱਖ ਨਾਲ ਤੜਪ ਰਿਹਾ ਹੈ, ਕੁਝ ਤਸੱਲੀ ਹੋ ਜਾਂਦੀ ਹੈ ਹੀ ਨਹੀਂ, ਪਰ ਜੇ ਸਾਹਮਣੇ ਹੋਵੇ ਭੋਜਨ ਦੀ ਥਾਲੀ, ਬੁਰਕੀ ਮੂੰਹ ਤੱਕ ਜਾਵੇ ਪਰ ਮੂੰਹ 'ਚ ਨਾ ਪਾ ਸਕੇ, ਉਸ ਤੋਂ ਵੱਡਾ ਭਾਗਾ ਕੌਣ ਹੋ ਸਕਦਾ ਹੈ। ਇੱਕ ਤੇ ਉਹ ਹੈ ਨਾ ਜੋ ਘਰੋਂ ਤੁਰਿਆ ਹੀ ਨਹੀਂ ਹੈ ਗੁਰਦੁਆਰੇ ਵੱਲ, ਕਿਤੇ ਨਾ ਕਿਤੇ ਤਸੱਲੀ ਕਰਕੇ ਬੈਠ ਗਿਆ ਹੀ ਨਹੀਂ ਤੇ ਸਤਸੰਗ ਕੀ ਕਰਨਾ। ਤੇ ਇੱਕ ਉਹ ਜਿਹੜਾ ਗੁਰੂ ਦਰਬਾਰ ਤੱਕ ਪੁੱਜ ਜਾਵੇ, ਸਤਸੰਗ ਹੋ ਰਿਹਾ ਹੋਵੇ, ਤ੍ਰਿਪਤ ਭਈ ਸਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਇਹ ਭੋਜਨ ਇੱਥੇ ਵਰਤ ਰਿਹਾ ਹੋਵੇ, ਸ਼ਬਦ ਅਖੁਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ, ਖਾਵੇਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਤੇ ਉਹ ਅਭਾਗਾ ਹੀ ਤੁਰ ਜਾਵੇ, ਸੰਗਤ ਕਰ ਹੀ ਨਾ ਸਕੇ, ਕਿਉਂਕਿ ਸਾਹਿਬ ਕਹਿ ਰਹੇ ਨੇ ਭਾਗਹੀਣ ਬ੍ਰਹਮ ਚੋਟਾਂ ਖਾਵੈ, ਬਿਨ ਭਾਗਾਂ। ਬਿਨਾਂ ਭਾਗਾਂ ਵਾਲਾ ਕੀ ਹੁੰਦਾ ਭਾਗਾ। ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜਿਹੜੇ ਮੱਥਾ ਟੇਕ ਰਹੇ ਹੋ, ਗੁਰੂ ਕੀ ਦੇਗ ਲੈ ਰਹੇ ਹੋ, ਜੋੜਾ ਘਰ 'ਚ ਜੋੜੇ ਜਮ੍ਹਾਂ ਕਰਾ ਰਹੇ ਹੋ, ਕੁਝ ਸਮੇਂ ਲਈ ਗੁਰੂ ਦਰਬਾਰ ਵਿੱਚ ਟਿਕ ਕੇ ਬੈਠ ਜਾਓ। ਕਰੋ ਕਿਰਪਾ, ਮਨ ਜੇ ਕਿਤੇ ਭਟਕ ਰਿਹਾ ਏ, ਮਨ ਨੂੰ ਆਵਾਜ਼ ਮਾਰੋ, ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ ਤੇ ਗੱਜ ਕੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਮਹਾਨ ਬਾਣੀ ਜਪਜੀ ਸਾਹਿਬ ਦੀ ਜੋ ਵਿਚਾਰ ਚੱਲ ਰਹੀ ਹੈ, ਉਹਦੇ ਵਿੱਚ ਸੁਣਨ ਦੀਆਂ 4 ਪੌੜੀਆਂ। ਤੁਸੀਂ ਵਿਚਾਰ ਸੁਣ ਆਏ ਹੋ, ਹੁਣ ਮੰਨਣ ਦੀ ਗੱਲ ਚੱਲ ਰਹੀ ਹੈ। ਸੁਣਨਾ ਵੱਖਰੀ ਗੱਲ ਹੈ, ਮੰਨਣਾ ਵੱਖਰੀ ਗੱਲ ਹੈ। ਜਿਨ ਸੁਣਿਆ ਤਿਨ ਪਾਇਆ ਮਾਨ। ਮਾਨ ਕਿਹਨਾਂ ਨੂੰ ਮਿਲਿਆ? ਕੇਵਲ ਸੁਣ ਲੈਣ ਵਾਲਿਆਂ ਨੂੰ ਨਹੀਂ, ਜਿਨ੍ਹਾਂ ਨੇ ਸੁਣ ਕੇ ਕਮਾਇਆ, ਜਿਨ੍ਹਾਂ ਨੇ ਸੁਣ ਕੇ ਕਮਾਇਆ। ਅੱਜ ਦੀ ਪੌੜੀ ਦੀ ਵਿਚਾਰ ਜੋ ਸਤਿਗੁਰੂ ਆਪ ਰਹਿਮਤ ਕਰਕੇ ਕਰਵਾ ਰਹੇ ਨੇ, ਸਾਹਿਬ ਅੱਜ ਦੀ ਵਿਚਾਰ 'ਚ ਕਹਿ ਰਹੇ ਨੇ, ਮੰਨੇ ਕੀ ਗਤ ਕਹੀ ਨਾ ਜਾਏ। ਮੰਨੇ, ਜਿਹਨੇ ਮੰਨਿਆ ਹੈ, ਮੰਨਣ ਵਾਲੇ ਦੀ ਗਤ, ਗਤ ਦਾ ਅਰਥ ਹੈ ਅਵਸਥਾ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਥੋੜਾ ਜਿਹਾ ਸਮਝ ਲੈਣਾ ਇਹ ਅਵਸਥਾ ਕਿਹੋ ਜਿਹੀ ਹੈ, ਕਿਹਨੂੰ ਕਿਹਾ ਹੈ। ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਉਂ ਬਿਆਨ ਕੀਤਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਪਹਿਨੀ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰ ਕਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਹ ਪਰਸੈ ਨਾਹਿਨ, ਤਹ ਘਟ ਬ੍ਰਹਮ ਨਿਵਾਸਾ। ਇਹ ਹੈ ਉਹ ਅਵਸਥਾ। ਇਹ ਮਿਲਦੀ ਕਿਸ ਨੂੰ ਹੈ? ਗੁਰ ਕਿਰਪਾ ਜਹ ਨਰ ਕਉ ਕੀਨੀ, ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਇਹ ਹੈ ਉਹ ਗਤ, ਇਹ ਹੈ ਉਹ ਅਵਸਥਾ ਜੋ ਬਾਬਾ ਰਵਿਦਾਸ ਜੀ ਨੇ ਬਿਆਨ ਕੀਤੀ
बेगमपुरा शहर को नाऊं, दुख अंदोह नाही तै ठाऊं। एक माता ने बाणी सुनन वाली सी, केवल समझण वाली नहीं सी, ते माता ने पुछ लिया कि ज्ञानी जी, बेगमपुरा किते पाकिस्तान विच कोई शहर रह गया है? नहीं, इत्थे शहर की गल नहीं है, इस अवस्था की गल है। बेगम, जिथे कोई गम है ही नहीं, जो गम तो रहत जगह है, अवस्था है। सतगुरु गुरु गोबिंद सिंह साहब जी के सामने दो साहिबजादे शहीद होए पए ने, ते सतगुरु जद निकलते ने उन्हां दे पवित्र शरीरां नूं लंघ के निकलते ने। कोई गम है? कोई सोग है? क्योंकि उस अवस्था ते पहुंचे हुए सी। गुरु अर्जन देव साहब सतगुरु ततिया तवियां ते बैठ रहे ने, गर्म रेत दे कड़छे पवा रहे ने, उबलदे पानी च उबल रहे ने। कि कोई सोग है? कोई गम है? वो ते पढ़ रहे ने, तेरा किया मीठा लागै, हर नाम पदारथ नानक मांगै। दुख अंदोह नाही तै ठाऊं, उथे कोई दुख है ही नहीं। ना तसवीस खराज, ना माल खौफ, ना खता, ना तरस जवाल। इते इत्थे दियां गल्लां ने, इस संसार दियां। भी कोई घबराहट होवे अंदर, कोई मसूल टैक्स लै रहा होवे। इते हिंदू वीरां दी यात्रा करन ते भी अकबर वेले टैक्स मसूल लगदा सी, जजिया कर लगदा सी, जो गुरु अमरदास साहब जी ने खत्म करवाया। ये इत्थे दियां गल्लां ने। पर कहंदे जिथे वो अवस्था, ना तसवीस खराज ना माल, समझ लेना मन्ने की गत कही ना जाए। गत वो अवस्था किहो जी है? ना तसवीस खराज ना माल, खौफ ना खता, ना तरस जवाल। जिथे कोई खौफ ही नहीं है, जिथे कोई पाप होने का डर ही नहीं है, जिथे कोई घाटा ही नहीं है। अब मोह खूब वतन गह पाई, ऊहा खैर सदा मेरे भाई। उते ते सदा ही खैर वरतदी है, किरपा वरतदी है उस अवस्था दे च मालक वाहिगुरू जी दी। उथे कोई दूजा तीजा है ही नहीं। दोम ना सेम 100 आही, उथे सारे इक्को जे ने। आबादान सदा मशहूर, ऊहा गनी बसह मामूर। वो बड़ा वधिया कुप वसदा वो नगर है, वो अवस्था है जिथे बड़े रजे हुए बंदे वसदे ने। इत्थे कोई रजदा? करोड़ां अरबां खरबां दी दौलत हो जावे, कोई रजदा? पर जो उस अवस्था ते पहुंच जाता है ना, उहदे लई ते सोना भी मिट्टी हो जाता है। इधर गुजरात साइड दी एक कथा पढ़ी। एक भगत होया तुकाराम, ते सवा पहर रात रहिंदियां सणे पत्नी जाग जाना ते दरिया ते इशनान करन जाना। उदों लोग दरियावां ते इशनान बहुत करते सन। ते अमृत वेले इशनान करके वापस आ रहे, चांदनी रात सी, ते भगत जी अगे सन, पत्नी पिछे सी। अचानक वेख्या चांदनी रात दे विच सोने दा गहना किसे दा वो राह ते डिग्या पिया है। भगत जी ने मन च विचारिया कि औरत जो हुंदी है वो गहने दा प्रभाव कबूल करदी है। ये गहना ते किसे होर दा है, किते मेरी पत्नी दा मन डोल ना जावे ते मिट्टी नाल उहनूं ढकण लगा। जद मिट्टी नाल ढकण लगा ना कि नज़र ना आवे, इतने नूं पत्नी आ गई। वेख लिया भी सोने उत्ते गहने उत्ते मिट्टी पा रहे ने, ते बचन कह दिता, भगत जी क्यों मिट्टी उत्ते मिट्टी पाउण च समा व्यर्थ गवा रहे हो? चलो भगती दा समा है, मालक वाहिगुरू जी दा नाम जपीए ते कमाईए। गल नूं समझ लेना, जपीए ते कमाईए। जपना वखरी गल है, कमाउणा वखरी गल है। अज गुरु कृपा नाल इस गल नूं समझना है आपां ने। सुनना वखरी गल है, मनना वखरी गल है। जद ये गल कही ना कि क्यों समा व्यर्थ गवा रहे हो मिट्टी च मिट्टी पाउण, भगत दी अखां च अथरू आ गए ते अपनी पत्नी दे चरनां ते डिग पिया ते कहंदा है कि भागवाने अज
ਭਗਤੀ ਦੇ ਮਾਰਗ ਉੱਤੇ ਤੂੰ ਮੇਰੇ ਤੋਂ ਬਹੁਤ ਅੱਗੇ ਲੰਘ ਗਈ ਹੈ, ਕਿਉਂਕਿ ਮੈਂ ਦੂਜੇ ਦੇ ਗਹਿਣੇ ਨੂੰ ਬੇਸ਼ੱਕ ਲੈਣਾ ਨਹੀਂ ਚਾਹਿਆ, ਪਰ ਸੋਨੇ ਨੂੰ ਸੋਨਾ ਹੀ ਸਮਝਿਆ, ਪਰ ਤੂੰ ਇਸ ਤੋਂ ਅੱਗੇ ਲੰਘ ਗਈ। ਕੰਚਨ ਮਾਟੀ ਮਨ ਹੈ। ਇਹ ਉਹ ਅਵਸਥਾ ਹੈ, ਇਹ ਉਹ ਅਵਸਥਾ ਤਹਿ ਘਟ ਬ੍ਰਹਮ ਨਿਵਾਸਾ, ਜਿੱਥੇ ਆਸਾ ਮਨਸਾ ਦੀ ਕੋਈ ਫਿਕਰ ਹੀ ਨਹੀਂ, ਜਿੱਥੇ ਦੁੱਖ ਤੇ ਸੁੱਖ ਸਮਾਨ ਨੇ, ਜਿੱਥੇ ਮਾਣ ਤੇ ਅਪਮਾਨ ਸਮਾਨ ਨੇ। ਕਿਸ ਦੇ ਲਈ ਸਮਾਨ ਨੇ? ਕਿਸ ਨੇ ਉਹ ਅਵਸਥਾ ਪ੍ਰਾਪਤ ਕੀਤੀ? ਗੁਰੂ ਅੰਗਦ ਦੇਵ ਸਾਹਿਬ ਸਤਿਗੁਰੂ ਜੀ ਨੇ। ਖੰਡੂਰ ਸਾਹਿਬ ਇੱਕ ਤਪਾ ਜਿਹਨੇ ਆਪਣੀ ਜਾਤ ਬਰਾਦਰੀ ਦੇ ਲੋਕਾਂ ਨੂੰ ਨਾਲ ਜੋੜ ਕੇ, ਇਹ ਅਕਸਰ ਹੁੰਦਾ ਹੈ, ਅਕਸਰ ਹੁੰਦਾ ਹੈ ਪਿੰਡਾਂ ਸ਼ਹਿਰਾਂ ਮਹੱਲਿਆਂ ਦੇ ਵਿੱਚ, ਕਿ ਜਿੱਥੇ ਨਾ ਬਰਾਦਰੀ ਦੇ ਘਰ ਵੱਧ ਨੇ, 100 ਨੇ, 200 ਨੇ, ਤੇ ਬਾਕੀ ਲੋਕ ਘੱਟ ਨੇ, 2-4 ਨੇ, ਤੇ ਜਿਹੜੀ ਬਹੁ ਗਿਣਤੀ ਹੈ ਉਹ ਦੂਸਰਿਆਂ ਨੂੰ ਦਬਾਉਂਦੀ ਹੈ। ਤੇ ਜੇ ਗੁਣ ਨਾ ਹੋਵੇ ਉਹਨਾਂ ਦੇ ਆਗੂ ਵਿੱਚ, ਤੇ ਫਿਰ ਉਹ ਕੀ ਕਰਦਾ ਹੈ ਕਿ ਜਾਤ ਦਾ ਹਵਾਲਾ ਦੇ ਕੇ ਲੋਕਾਂ ਨੂੰ ਨਾਲ ਜੋੜਦਾ ਹੈ। ਉਹ ਤਪਾ ਸੀ, ਉੱਤੇ ਰਹਿੰਦਾ, ਉਹਦਾ ਕੰਮ ਸੀ ਜਾਦੂ ਟੋਨੇ ਕਰਨਾ ਤੇ ਅੰਧ ਵਿਸ਼ਵਾਸ ਲੋਕਾਂ ਨੂੰ ਫਸਾਉਣਾ। ਪਰ ਜਦ ਤੋਂ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਗੱਦੀ ਦੇ ਮਾਲਕ ਬਣੇ, ਖੰਡੂਰ ਵਸੇ, ਇਹਦੀ ਝੂਠ ਦੀ ਦੁਕਾਨ ਬੰਦ ਹੋ ਗਈ ਸੀ। ਤੇ ਇੰਨੀ ਸੰਗਤ ਗੁਰੂ ਕੋਲ ਆਵੇ, ਇਹਦੀ ਈਗੋ ਹਰਟ ਹੁੰਦੀ ਸੀ, ਹਉਮੈ ਤੇ ਸੱਟ ਵੱਜਦੀ ਸੀ। ਤੇ ਤਪੇ ਨੇ ਕੀ ਕੀਤਾ, ਕੁਝ ਐਸਾ ਹੋਇਆ ਕਿ ਉੱਥੇ ਮਾਲਕ ਵਾਹਿਗੁਰੂ ਜੀ ਦੀ ਮਰਜ਼ੀ ਕਿ ਮੀਂਹ ਨਹੀਂ ਸੀ ਪੈ ਰਿਹਾ, ਕੁਝ ਦਿਨ ਤੋਂ ਸੋਕਾ ਪਿਆ ਸੀ, ਤੇ ਇਹਨੇ ਬਹਾਨਾ ਲੱਭ ਲਿਆ ਤੇ ਕਹਿ ਦਿੱਤਾ ਕਿ ਜੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇੱਥੋਂ ਕੱਢ ਦਿੱਤਾ ਜਾਵੇ ਖੰਡੂਰ ਸਾਹਿਬ ਤੋਂ, ਤੇ ਮੀਂਹ ਪੈ ਜਾਵੇਗਾ। ਸਾਰੇ ਇਕੱਠੇ ਹੋ ਕੇ ਆ ਗਏ। ਗੁਰੂ ਅੰਗਦ ਦੇਵ ਸਾਹਿਬ ਸਤਿਗੁਰੂ ਜੀ ਨੂੰ ਕਹਿੰਦੇ ਨੇ ਕਿ ਪਿੰਡ ਛੱਡ ਕੇ ਚਲੇ ਜਾਓ। ਹੁਣ ਕਿਸੇ ਨੂੰ ਪਿੰਡ ਤੋਂ ਕੱਢ ਦੇਣਾ, ਘਰ ਤੋਂ ਕੱਢ ਦੇਣਾ, ਇਸ ਤੋਂ ਵੱਡਾ ਅਪਮਾਨ ਕੀ ਹੋ ਸਕਦਾ ਹੈ? ਪਰ ਅਵਸਥਾ ਉਹ ਹੋਵੇ, ਤੇ ਸਤਿਗੁਰੂ ਨੇ ਕਹਿ ਦਿੱਤਾ, ਤੁਹਾਡੀ ਦਿੱਤੀ ਇੱਜ਼ਤ ਨੂੰ ਮੈਂ ਇੱਜ਼ਤ ਕਰਕੇ ਨਹੀਂ ਜਾਣਦਾ, ਤੇ ਤੁਹਾਡੀ ਕੀਤੀ ਬੇਇੱਜ਼ਤੀ ਨੂੰ ਵੀ ਮੈਂ ਬੇਇੱਜ਼ਤੀ ਕਰਕੇ ਨਹੀਂ ਜਾਣਦਾ। ਜੇ ਮਾਲਕ ਵਾਹਿਗੁਰੂ ਇੱਜ਼ਤ ਦੇਣ ਤੇ ਆਵੇ ਤੇ ਕੋਈ ਖੋਹ ਨਹੀਂ ਸਕਦਾ, ਤੇ ਜੇ ਉਹ ਕੋਈ ਖੋਹਣ ਤੇ ਆਵੇ ਤੇ ਰੱਖ ਨਹੀਂ ਸਕਦਾ। ਜੇ ਮੇਰੀ ਇੱਜ਼ਤ ਵਾਹਿਗੁਰੂ ਨੇ ਰੱਖਣੀ ਹੋਵੇਗੀ, ਮੈਂ ਜਿੱਥੇ ਜਾਵਾਂਗਾ ਇੱਜ਼ਤ ਹੀ ਮਿਲੇਗੀ, ਤੇ ਜੇ ਤਪੇ ਦੀ ਖੋਹਣੀ ਹੋਵੇਗੀ ਤੇ ਕੋਈ ਰੱਖ ਨਹੀਂ ਸਕੇਗਾ। ਹੋਇਆ ਉਹੀ। ਮੁੱਕਦੀ ਗੱਲ ਤੁਹਾਨੂੰ ਪਤਾ ਹੈ ਕਿ ਉਹ ਤਪਾ ਕਿਸ ਤਰ੍ਹਾਂ ਫਿਰ ਘੜੀਸਿਆ ਗਿਆ, ਵੱਖ-ਵੱਖ ਖੇਤਾਂ ਦੇ ਵਿੱਚ, ਕੋਈ ਲੱਤ ਖਿੱਚ ਕੇ ਲੈ ਗਿਆ, ਕੋਈ ਬਾਂਹ ਖਿੱਚ ਕੇ ਲੈ ਗਿਆ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹ ਨਹੀਂ ਸੀ ਚਾਹਿਆ, ਪਰ ਮਾਲਕ ਵਾਹਿਗੁਰੂ ਜੀ ਦੀ ਮਰਜ਼ੀ। ਸਤਿਗੁਰੂ ਤੇ ਚਲੇ ਗਏ ਸੀ, ਜਿੱਥੇ ਜਾ ਕੇ ਬੈਠੇ ਉੱਥੇ ਜੰਗਲ ਵਿੱਚ ਮੰਗਲ ਹੋ ਗਿਆ, ਸਾਰੀ ਸੰਗਤ ਉਧਰ ਚਲੀ ਗਈ। ਹੁਣ ਉਹ ਗੱਤ ਜਿਹੜੀ ਹੈ, ਉਹ ਅਵਸਥਾ ਗੁਰੂ ਅਮਰਦਾਸ ਸਾਹਿਬ ਜੀ ਕੋਲ ਹੈ, ਭਾਈ ਦਾਤੂ ਜੀ ਦਾਸੂ ਜੀ ਕੋਲ ਨਹੀਂ ਹੈ। ਉਹ ਅਵਸਥਾ ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਹੈ, ਬਾਬਾ ਸ੍ਰੀ ਚੰਦ ਜੀ ਲਖਮੀਦਾਸ ਜੀ ਕੋਲ ਨਹੀਂ ਹੈ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਕੀ ਕਰਨ, ਗੁਰੂ ਅੰਗਦ ਦੇਵ ਸਾਹਿਬ ਜੀ ਕੀ ਕਰਨ? ਜੇ ਉਹ ਅਵਸਥਾ ਗੁਰੂ ਅਰਜਨ ਦੇਵ ਸਾਹਿਬ ਜੀ ਕੋਲ ਸੀ ਤੇ ਗੁਰਗੱਦੀ ਦੇ ਮਾਲਕ ਬਣ ਗਏ। ਜੇ ਉਹ ਅਵਸਥਾ ਗੁਰੂ ਰਾਮਦਾਸ ਸਾਹਿਬ ਜੀ ਕੋਲ ਸੀ ਤੇ ਦਮਾਦ ਹੋ ਕੇ ਵੀ ਗੁਰਗੱਦੀ ਦੇ ਮਾਲਕ ਬਣ ਗਏ। ਪਰ ਦਮਾਦ ਹੋਣ ਕਰਕੇ ਨਹੀਂ ਬਣੇ। ਉਸ ਅਵਸਥਾ ਤੇ ਕਿਸ ਤਰ੍ਹਾਂ ਪੁੱਜੇ? ਬਸ ਇਸ ਗੱਲ ਨੂੰ ਅਸੀਂ ਸਮਝਣਾ ਹੈ, ਮੰਨੇ ਕੀ ਗਤ ਕਹੀ ਨਾ ਜਾਏ। ਇੱਕ ਹੈ ਜਪਣਾ, ਇੱਕ ਹੈ ਸੁਣਨਾ, ਇੱਕ ਹੈ ਜਪਣਾ। ਜਪਣਾ ਥਿਉਰੀ ਹੈ ਤੇ ਮੰਨਣਾ ਪ੍ਰੈਕਟੀਕਲ ਹੈ। ਜਪਣਾ ਔਖਾ ਨਹੀਂ ਹੈ। ਵਾਹਿਗੁਰੂ ਵਾਹਿਗੁਰੂ ਕਹਿਣਾ ਕਿਹੜਾ ਔਖਾ ਹੈ? ਰਾਮ ਰਾਮ ਰਹੀਮ ਰਹੀਮ ਕਹਿਣਾ ਕਿਹੜਾ ਔਖਾ ਹੈ? ਪਰ ਰਾਮ ਨੂੰ ਜਪਣਾ ਵੱਖਰੀ ਗੱਲ ਹੈ, ਮੰਨਣਾ ਉਹ ਹੁਕਮ ਹੋ ਜਾਂਦਾ ਹੈ। ਵੀ ਸ੍ਰਿਸ਼ਟੀ 'ਚ ਰਮਿਆ ਹੋਇਆ ਰਾਮ, ਉਹਨੂੰ ਸਮਝ ਕੇ ਸਭ ਨਾਲ ਪਿਆਰ ਕਰਨਾ, ਕਿਸੇ ਨਾਲ ਵੈਰ ਨਾ ਰੱਖਣਾ, ਹਰ ਇੱਕ ਦੇ ਅੰਦਰੋਂ ਪਰਮਾਤਮਾ ਵਾਹਿਗੁਰੂ ਰਾਮ ਨੂੰ ਵੇਖਣਾ, ਇਹ ਹੈ ਮੰਨਣਾ। ਮੰਨੇ ਕੀ ਗਤ ਕਹੀ ਨਾ ਜਾਏ।
ਤਾਂ ਹੀ ਤਾਂ ਕਹਿ ਦਿੱਤਾ ਨਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ। ਇਹ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਅਵਸਥਾ ਵਾਲਾ ਹੀ ਕੋਈ ਕਹਿ ਸਕਦਾ ਹੈ ਕਿ ਦੁਸ਼ਮਣ ਤੇ ਮਿੱਤਰ ਸਮਾਨ ਨੇ ਮੇਰੇ ਲਈ। ਗੱਲ ਨੂੰ ਥੋੜਾ ਜਿਹਾ ਸਮਝ ਲੈਣਾ। ਜਪਣਾ ਅਖਰੀ ਹੈ ਤੇ ਮੰਨਣਾ ਹੁਕਮੀ ਹੈ। ਅਖਰੀ ਨਾਮ ਅਖਰੀ ਸਾਲਾ, ਉਹ ਇੱਕ ਵੱਖਰੀ ਗੱਲ ਹੈ। ਭਾਵੇਂ ਤੁਰਦੀ ਗੱਲ ਉੱਥੋਂ ਹੀ ਆ, ਅੱਖਰਾਂ ਤੋਂ ਹੀ ਤੁਰਦੀ ਹੈ। ਜੇ ਅਸੀਂ ਪੜ੍ਹਨਾ ਸਿੱਖੀ ਨਾ ਗੁਰਮੁਖੀ, ਤੇ ਊੜਾ ਐੜਾ ਪੜ੍ਹਨਾ ਪਏਗਾ। ਗੱਲ ABCD ਤੋਂ ਹੀ ਤੁਰੇਗੀ, ਪਰ ਕੀ ਪਹਿਲੀ ਪੌੜੀ ਤੇ ਹੀ ਬੈਠੇ ਰਹਿਣਾ ਨਹੀਂ, ਅੱਗੇ ਵਧਣਾ ਪਏਗਾ। ਉਹ ਅੱਖਰ ਫਿਰ ਕਿਤਾਬ ਬਣਨਗੇ, ਤੇ ਜਿਹੜਾ ਕਿਤਾਬ ਨੂੰ ਪੜ੍ਹ ਰਿਹਾ ਹੈ ਉਹ ਫਿਰ ਜਦ ਪ੍ਰੈਕਟੀਕਲ ਕਰੇਗਾ ਤਦ ਉਹ ਡਾਕਟਰ ਇੰਜੀਨੀਅਰ ਬਣੇਗਾ। ਬਿਲਕੁਲ ਇਉਂ ਜਿਹੜਾ ਜਪ ਰਿਹਾ ਹੈ, ਕੇਵਲ ਵਾਹਿਗੁਰੂ 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 ਕਰ ਰਿਹਾ ਹੈ, ਐਸਾ ਨਹੀਂ ਕਿ ਉਹ ਇਸ ਅਵਸਥਾ ਤੇ ਪਹੁੰਚ ਜਾਵੇ। ਪੁੱਜੇਗਾ ਉਹ ਜੋ ਵਾਹਿਗੁਰੂ ਨੂੰ ਸਮਝੇਗਾ, ਜੋ ਦੀ ਬਰਕਤ ਉਹਦੇ ਹੁਕਮ ਨੂੰ ਸਮਝੇਗਾ। ਹੁਕਮ ਮਨ ਸੁਖ ਪਾਈਐ। ਜਦ ਕੋਈ ਉਹਦੇ ਹੁਕਮ ਨੂੰ ਮੰਨੇਗਾ ਤਾਂ ਉਸ ਅਵਸਥਾ ਤੱਕ ਪਹੁੰਚੇਗਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਪਰ ਇਸ ਅਵਸਥਾ ਨੂੰ ਹੁਕਮ ਮਨ ਹੋਵੈ ਪ੍ਰਮਾਣ, ਤਾਂ ਖਸਮੈ ਕਾ ਮਹਿਲ ਪਾਏ ਸੀ। ਜਿਹੜਾ ਹੁਕਮ ਮੰਨੇਗਾ ਉਹਨੂੰ ਖਸਮ ਦਾ ਮਹਿਲ ਪ੍ਰਾਪਤ ਹੋ ਜਾਵੇਗਾ। ਯਾਦ ਰੱਖਣਾ, ਸੁਣਨਾ ਇੱਕ ਅਵਸਥਾ ਹੈ ਤੇ ਮੰਨਣਾ ਦੂਜੀ ਅਵਸਥਾ ਹੈ। ਤੇ ਜਿਹਨੇ ਮੰਨ ਲਿਆ ਉਸ ਤੋਂ ਅੱਗੇ ਫਿਰ ਕੁਛ ਨਹੀਂ, ਉਹ ਸ਼ਿਖਰ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਹੁਕਮ ਮਨ ਹੋਵੈ ਪ੍ਰਮਾਣ, ਤਾਂ ਖਸਮੈ ਕਾ ਮਹਿਲ ਪਾਏ ਸੀ। ਮਹਿਲ ਕਿਹਨੂੰ ਕਿਹਾ ਜਾਂਦਾ? ਹਜ਼ੂਰੀ ਨੂੰ। ਤੇ ਜਿਹਨੂੰ ਮਾਲਕ ਵਾਹਿਗੁਰੂ ਜੀ ਦੀ ਹਜ਼ੂਰੀ ਮਿਲ ਗਈ, ਉਸ ਤੋਂ ਅੱਗੇ ਕੀ ਹੈ? ਉਹ ਤੇ ਸ਼ਿਖਰ ਹੈ, ਉਹ ਤੇ ਸਮਾ ਜਾਣਾ ਹੈ। ਜਿਸ ਤਰ੍ਹਾਂ ਇੱਕ ਵਾਰੀ ਬੇਨਤੀ ਕੀਤੀ ਸੀ ਕਿ 3 ਸੱਸੇ, ਸੱਸਾ ਸੁਣਨਾ, ਸੱਸਾ ਸਮਝਣਾ ਤੇ ਸੱਸਾ ਸਮਾ ਜਾਣਾ। ਭਾਵ ਕੀ ਕਮਾ ਕੇ ਉਹੋ ਜਿਹਾ ਹੋ ਜਾਣਾ, ਨਾਨਕ ਹੁਕਮ ਪਛਾਣ ਕੇ ਹੁਕਮ ਨੂੰ ਪਛਾਣ ਕੇ ਤਉ ਖਸਮੈ ਮਿਲਣਾ। ਉਦੋਂ ਮਿਲਾਪ ਹੁੰਦਾ ਜਦ ਹੁਕਮ ਨੂੰ ਪਛਾਣ ਲਿਆ ਜਾਂਦਾ ਹੈ। ਜਦੇ ਸਮਝ ਆਂਦੀ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਕਿ ਅਸੀਂ ਹੁਕਮ ਮੰਨ ਰਹੇ ਹਾਂ? ਨਹੀਂ, ਸਾਡਾ ਹੁਕਮ ਮੰਨਣਾ ਮਜਬੂਰੀ ਹੈ। ਅੱਜ ਦਾ ਮਨੁੱਖ ਤੁਸੀਂ ਵੇਖ ਲਓ ਕਿੰਨਾ ਕੁ ਹੁਕਮ ਮੰਨਦਾ ਹੈ। ਜੇ ਕੋਈ ਬਿਮਾਰ ਹੋ ਜਾਵੇ ਸੱਜਣ ਮਿੱਤਰ, ਆਪਾਂ ਕਿੱਥੇ ਦੌੜਦੇ ਹਾਂ? ਡਾਕਟਰਾਂ ਕੋਲ ਦੌੜਦੇ ਹਾਂ, ਹਰ ਹੀਲਾ ਕਰਦੇ ਹਾਂ, ਸਾਰੇ ਯਤਨ ਕਰ ਲੈ, ਪਰ ਫਿਰ ਵੀ ਜੇ ਉਹ ਬੰਦਾ ਨਾ ਬਚਿਆ, ਉਦੋਂ ਕਹਿੰਦੇ ਆ ਕਿ ਜੀ ਹੁਕਮ ਸੀ, ਹੁਣ ਕੀ ਕਰ ਸਕਦੇ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਇਲਾਜ ਨਾ ਕਰਵਾਓ, ਯਤਨ ਨਾ ਕਰੋ, ਪਰ ਯਤਨ ਕਰਨ ਲੱਗਿਆਂ ਕਿ ਮਾਲਕ ਵਾਹਿਗੁਰੂ ਜੋ ਤੇਰਾ ਹੁਕਮ ਹੋਵੇਗਾ ਸਿਰ ਨਿਵਾ ਕੇ ਮੰਨਾਂਗੇ। ਪਹਿਲੇ ਦਿਨ ਤੋਂ ਇਹ ਹੁਣ ਕੋਈ ਕਹਿ ਸਕੇਗਾ? ਜਵਾਨ ਪੁੱਤਰ ਕਿਸੇ ਦਾ ਬਿਮਾਰ ਪਿਆ ਹੈ, ਉਹ ਤੇ ਇਹੀ ਕਹੇਗਾ ਨਾ, ਮਾਲਕ ਵਾਹਿਗੁਰੂ ਬਚਾ ਦੇ ਬਚਾ ਦੇ। ਇਹ ਨਹੀਂ ਮਰਨਾ ਚਾਹੀਦਾ। ਤੇ ਜਿਹੜਾ ਹੁਕਮ ਨੂੰ ਮੰਨਣ ਵਾਲਾ ਹੈ ਉਹ ਕਹੇਗਾ ਮੈਂ ਤੇਰਾ ਹੂੰ, मेरे बच्चे भी तेरे हैं मौला, थे तेरे हैं तेरे रहेंगे तेरे, जिस हाल में रखे वही हाल है अच्छा, जुज शुक्र कि जुबान पे आने का नहीं शिकवा। ये गुरु गोबिंद सिंह साहब कह रहे ने। अल्लाह यार खां जोगी उसनू कलमबंद करते ने। ਵੱਡਾ ਸਾਹਿਬਜ਼ਾਦਾ ਸਨਮੁਖ ਲੱਖਾਂ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕਰਦੇ ਨੇ ਬਾਬਾ ਅਜੀਤ ਸਿੰਘ। ਤੇ ਪਿਤਾ ਕਹਿੰਦਾ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੂੰ ਸੁਖ ਹੋਏ। ਐਸਾ ਤੇ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਕਹਿੰਦੇ ਸਨ ਕਿ ਬਾਬਾ ਅਜੀਤ ਸਿੰਘ ਸ਼ਹੀਦ ਹੀ ਹੋ ਜਾਣ।
नहीं, पर गुरु उस अवस्था ते खड़ा सी, साहब उत्थे खड़े ने कि तेरी मर्जी है मालक वाहिगुरू, तू दिता पुत्र। असी कदी कहा पुत्र जन्म लवे, औलाद जन्म लवे, असी कदी कहते हैं कि हुक्म विच है सब कुछ नहीं। जद हार जाते आ, कोई चलाना कर जाते आ जाता है, उदों कहते हैं कि जी हुक्म विच है सब कुछ। अज दा हुक्म मनना मजबूरी हो गई है, ते मजबूरी दे च कदी भी खुशी नहीं हो सकती, खेड़ा नहीं हो सकता। वो खेड़ा ते खुशी उन्हां हुक्म मनण वालियां विच सी जिन्हां दी अवस्था ऐसी मन्ने की गत कही ना जाए। सतगुरु साहब गुरु हरगोबिंद साहब दीवान च सजे बैठे ने, संगत जुड़ी बैठी है। साहब दी नज़र पई भाई साध जी उत्ते, आवाज़ मारी, साध इधर आओ। जद सिख हथ जोड़ के सामने होया तो साहब कहते ने भी खजानची तो कुछ धन लो ते चले जाओ इराक, घोड़े खरीद लियाओ। हुण साडे वर्गा हुंदा ते घट्टो घट इतना जरूर कहंदा कि मैं जी घर थोड़ा सलाह मशवरा कर लिया या घरदियां नूं दस दियां। अज दा समा थोड़ा सी भी प्लेन ने ते उड़ के चले गए, घोड़ियां उत्ते सफ़र करना हुंदा सी, तुरना हुंदा सी। कित्थे सतगुरु जी गुरु हरगोबिंद साहब, कित्थे पंजाब ते कित्थे इराक। पर जिन्हों हुक्म मनना आ गया कोई हुज्जत ही नहीं। सतबचन सतगुरु तुर पै ते पिछों कोई घोड़ा दौड़ाउंदा आया, हाले एक पड़ाह की दूरी तय की सी ते पिछों सुनेहा आ गया कि भाई साहब जी तुहाडा जवान पुत्र बहुत बीमार है, इउं लगदा अखीरी साहां ते है, चलो पहला उहदी संभाल कर लो, कोई इलाज कर लो, घोड़े ते बाद विच भी खरीदे जा सकते हैं। भाई साहब जी कहंदे नहीं, हुण ते गुरु दा हुक्म है ते हुक्म मन के ही कमा के ही पिछे मुड़ांगा। जे उन्हें रखना होवेगा ते रख लाएगा, उहदे हुक्म विच है सब कुछ। अगले पड़ाव की दूरी तय की ते पिछों फिर सुनेहा आ गया कि पुत्र चलाना कर गया है, चल के हुण तां संस्कार कर लो, अखीर वेले वेख लो। भाई साहब जी मुस्कुराउंदियां कहंदे ने ਉਹਦੇ ਹੁਕਮ ਵਿੱਚ ਆਇਆ ਸੀ, ਉਹਦੇ ਹੁਕਮ ਵਿੱਚ ਚਲਾ ਗਿਆ। ਜੇ ਆਪਾਂ ਵੀ ਇਹ ਪੰਕਤੀਆਂ ਮੰਨ ਲਈਏ ਨਾ, ਤੁਧ ਆਪੇ ਕਾਰਨ ਆਪੇ ਕਰਨਾ, ਹੁਕਮੇ ਜੰਮਣ ਹੁਕਮੇ ਮਰਨਾ, ਤੇ ਹੁਕਮ ਦੀ ਖੇਡ ਸਮਝ ਆ ਜਾਵੇਗੀ। ਫਿਰ ਤੇ ਪੁੱਤਰ ਨਹੀਂ ਮੰਗਾਂਗੇ, ਫਿਰ ਔਲਾਦ ਮੰਗਾਂਗੇ, ਜ਼ਰੂਰ ਇੱਥੋਂ ਹੀ ਮੰਗਾਂਗੇ। ਬਾਰਿਕ ਵਾਂਗੀ ਹੋ ਸਭ ਕਿਛ ਮੰਗਾ, ਦਿੰਦੇ ਤੋਟ ਨਹੀਂ ਪ੍ਰਭ ਰੰਗਾ। ਇਹ ਵੱਖਰੀ ਗੱਲ ਹੈ। ਜਿਹੜੇ ਇਸ ਅਵਸਥਾ ਤੇ ਪੁੱਜੇ ਹੁੰਦੇ ਨੇ ਨਾ, ਉਹ ਤੇ ਇਹ ਵੀ ਨਹੀਂ ਮੰਗਦੇ ਕਿ ਔਲਾਦ, ਜੋ ਉਹਨੂੰ ਭਾਵੇ ਉਹ ਕਰੇ। ਬੇ ਔਲਾਦੇ ਤੇ ਬੇ ਔਲਾਦੇ, ਉਹਦੇ ਹੁਕਮ ਨੂੰ ਸਿਰ ਨਵਾ ਕੇ ਮੰਨਣਾ ਹੈ। ਮਰਨ ਤੇ ਹੀ ਥੋੜਾ ਕਹਿਣਾ ਹੈ ਕਿ ਹੁਕਮ ਹੈ, ਜੰਮਣ ਤੇ ਵੀ ਹੁਕਮ ਕਹਿਣਾ ਹੈ। ਤੇ ਜੇ ਜੰਮਣ ਨੂੰ ਵੀ ਹੁਕਮ ਮੰਨੀਏ ਤੇ ਫਿਰ ਪੰਜਾਬ ਦੇ ਵਿੱਚ ਇਤਨੀਆਂ ਬੇਟੀਆਂ गर्भ दे विच ही क्यों कतल कर दित्तियां जान? क्यों ना फिर कोई भी आके अरदास करवावे कि जी बेटी दी दात भी दिओ। अज तक तो मैनू कोई ग्रंथी हैड ग्रंथी ऐसा नहीं मिलिया। सच जानियो, कईयां तो पुछया, एक दिन ख्याल आया मन विच ते दास ने कईयां तो पुछया कि कोई आया तुहाडे कोल इहो जा जिन्हें आके पोतरी मंगी होवे दादा दादी ने? कोई माँ बाप ऐसे आए जिन्होंने अरदास करवाई होवे कि बेटी दी दात दे दिओ? एक भी हाँ नहीं हुई। हाँ भुजंगी दी दात किसी नूं भी पुछ लो, हर ग्रंथी कहेगा हज़ारां वारी अरदास कर चुके हैं, हज़ारां आए ने मंगण, ते पुत्र ही क्यों मंगिया जा रहा है?
क्योंकि उत्थे हुक्म नहीं मनना सी। उत्थे हाँ ये वखरी गल है कि लख जतन करके भी ते बेटियां ही पैदा होंदियां रहन 4-6, फिर जरूर बंदा कह देगा कि जे हुक्म है हुण की करा। वो मजबूरी है, वो हुक्म मनना नहीं है। ते मजबूरी कदी खेड़ा नहीं दिंदी, मजबूरी कदी खुशी नहीं दिंदी। हुक्म नूं असीं खेड बना दिता है। ये देखदे हो दौड़ लगी हुंदी है। दास ने मंजी साहब दीवान हाल तो भी बेनती की सी एक दिन कि भी ये दौड़ क्यों है कि हुक्मनामा अगे तो अगे सेंड करना है। व्हाट्सएप ते सवेर नूं उठो, कोई हुक्मनामा बंगला साहब, कोई सीसगंज साहब, कोई ननकाना साहब, कोई पंजा साहब, कोई दरबार साहब। हुण ते इत्थे तक हो गया कि महल्लियां दे ग्रंथी सिंह सभा गुरुद्वारियां दे उन्होंने ने भी एक खेड बना ली कि हुक्मनामा अगे तो अगे सेंड करना। इतिहासक गुरुद्वारियां दे कुछ हैड ग्रंथी वेखे, बस उन्होंने की वो कईयां दे नंबर वो इक्को वारी पाओ। अजकल ऐसे सिस्टम आ गए ने कि 50-100 बंदियां तक हुक्मनामा पहुंच गया तुहाडा। हुण तुहाडा थोड़ा हुक्मनामा है, हुक्म ते गुरु दा है। हुक्म ते कितों भी एक हुक्म मिल जावे, साहिब मेरा एको है भाई एको है। इक्का बाणी एक गुर इक्को शब्द विचार, गुरु ग्रंथ साहब जी इक्को ही ने, ते फिर हुक्म ते इक्को ही होया। कोई भी हुक्म तुहानू भावें महल्ले दे गुरुद्वारे तो सामने आया या बंगला साहब तो आया, तुसीं सिर निवा के मन लो उन्होंने, ओह जिहा जीवन ते बनाओ, उस तरह दिन तां बतीत करो। कई वारी ते प्रेमी झगड़ा कर लेंदे ने, खिमा करना सीसगंज साहब ना सानू एक सेवादार ते एक ग्रंथी खड़ा करना पैंदा है जद हुक्मनामा लिखिया जा रहा हुंदा है भी किरपा करो जद हुक्मनामा पूरा लिखिया जावे उदों फोटो खिंचो, नहीं अगले नूं दौड़न दी हुंदी है। हाले लग मात्र ठीक लगी भी नहीं है ते उन्हें ते अपना काम कर दिता भी मैं हुक्म भेजना है, जिसदा हुक्म गुरु का ना होया ओहदा होया ते भेज दिता। हुण अगे किसी ने गौर कर लिया ते उसे वेले सीसगंज साहब या किसी होर गुरुद्वारे की निंदा शुरू हो गई जी उत्थे ते हुक्मनामा ठीक नहीं लिखिया जाता। घट्टो घट थोड़ा सबर ते चाहिदा है। ते फिर तू सेंड किया वो मन्निया, आप मन्निया। कितना दुख होंदा है तुहाडे कोल 50-100 हुक्मनामे कोई भेज दवे ते तुहाडे कोल टाइम नहीं है पढ़न दा, तुसी बिना पढ़िया डिलीट करोगे, हुक्म ना हुई खेड होगी। कितना दुख होवेगा दिल नूं। हुण किस किस नूं समझाइए कि वीरे मैनू ना हुक्म सेंड कर। मैं ते सवेरे गुरु कृपा सदका हुक्मनामा पढ़ चुकिया, पर मन्नण दी हिम्मत आप गुरु दवे, कोई ओहो जी समझ दवे मन्ने की गत कही ना जाए। मनना गल अक्सर चेते आ जाती जद इहो जिहा सबजैक्ट चलता है ना। इंग्लैंड की गल है, मता किते फिर समझ लेना कि ज्ञानी जी शायद ये दसना चाह रहे हैं कि विदेश जाते हैं। अजकल विदेश कुछ नहीं रह गया, सारी दुनिया तुरी फिरदी है। कदी कहते सी जहाज जहाज, अज सारी दुनिया ही इंडिया च वेखो जहाज़ां च तुरी फिरदी है। ये कोई वड्डी गल्लां नहीं हैं, पर जो गल कहना चाह रहे हैं शायद होरां नूं कईयां नूं प्रेरणा मिल जाए। एक गुरुद्वारा उत्थे दास दा एक हफ्ते का कथा का प्रोग्राम सीगा ते शाम नूं कथा हुंदी सी ते सवेर नूं नेम अनुसार गुरुद्वारे जाना ते कीर्तन सवेर वेले 1-2 शब्द पढ़े जाते सन, बस समाप्ति हो जाती सी उत्थे। पर रागी जत्था जो रखिया होया सी उन्होंने, वो तिन्ना सिंगां दी ड्यूटी सी कि 3-3 घंटे सब ने दिने बैठना है। ते ड्यूटी की सी भी कोई भी आवे मत्था टेकण ते तू दौड़ के गुरु ग्रंथ साहब जी की हजूरी जाना है ते हुक्मनामा पढ़ना शुरू कर देना है, हुक्मनामा सुनाना है।
ਹੁਣ ਇੱਕ ਦੋ ਵਾਰੀ ਦਾਸ ਨੇ ਵੇਖਿਆ ਵੀ ਜਿਹੜਾ ਕੋਈ ਮੱਥਾ ਟੇਕਣ ਆ ਰਿਹਾ ਭੈਣ ਜਾਂ ਵੀਰ, ਉਹ ਆਇਆ ਮੱਥਾ ਟੇਕਿਆ ਤੇ ਉਹ ਦੌੜ ਕੇ ਸਿੰਘ ਪਹੁੰਚ ਗਿਆ ਤੇ ਇਹਨੇ ਰੁਮਾਲਾ ਚੱਕਿਆ, ਹੁਕਮਨਾਮਾ ਸ਼ੁਰੂ ਕਰ ਦਿੱਤਾ। ਉਹ ਜਿਹੜਾ ਬੈਠਾ ਸੀ ਉਹ 1 ਮਿੰਟ ਲਈ ਬੈਠਾ ਸੀ, ਉਹਨੂੰ ਪਤਾ ਹੀ ਨਹੀਂ ਸੀ ਹੁਕਮਨਾਮਾ ਮੇਰੇ ਲਈ ਪੜ੍ਹਿਆ ਜਾ ਰਿਹਾ ਹੈ। ਉਹ ਉੱਠ ਕੇ ਚੱਲ ਪਿਆ ਪਿੱਠ ਦੇ ਕੇ, ਹੁਕਮ ਨਾ ਹੋਈ ਖੇਡ ਹੋ ਗਈ। ਗੁਰੂ ਗ੍ਰੰਥ ਸਾਹਿਬ ਜੀ, ਜੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਹਾਲੇ ਤੁਸੀਂ ਗੱਲ ਸ਼ੁਰੂ ਕੀਤੀ ਹੈ ਤੇ ਮੈਂ ਪਿੱਠ ਦੇ ਕੇ ਚਲਾ ਜਾਵਾਂ, ਤੁਸੀਂ ਕਹੋਗੇ ਕਿਹੋ ਜਿਹਾ ਮੂਰਖ ਬੰਦਾ ਹੈ। ਤੇ ਜਿੱਥੇ ਗੁਰੂ ਬੋਲ ਰਿਹਾ ਹੋਵੇ ਤੇ ਜਦ ਪੁੱਛਿਆ ਉਹ ਕਹਿੰਦੇ ਜੀ ਸਾਡੀ ਤੇ ਡਿਊਟੀ ਲੱਗੀ ਹੋਈ ਹੈ। ਤੇ ਪ੍ਰਬੰਧਕਾਂ ਨਾਲ ਗੱਲ ਕੀਤੀ ਵੀ ਇਹ ਕੀ ਖੇਡ ਬਣਾਈ ਹੈ, ਤੇ ਅਗਲੇ ਕਹਿੰਦੇ ਗਿਆਨੀ ਜੀ ਇਹਨਾਂ ਨੂੰ ਵਿਹਲਾ ਥੋੜਾ ਬਿਠਾਉਣਾ ਹੈ, ਇਹਨਾਂ ਤੋਂ ਕੋਈ ਕੰਮ ਲੈਣਾ ਹੈ। ਵੀ ਕੰਮ ਤੁਸੀਂ ਇਹਨਾਂ ਤੋਂ ਲੈ ਰਹੇ ਹੋ, ਇਹਨਾਂ ਨੂੰ ਚਾਕਰ ਨੌਕਰ ਬਣਾਇਆ, ਜਾਂ ਤੁਸੀਂ ਗੁਰੂ ਨੂੰ ਵੀ ਖਿਡੌਣਾ ਬਣਾ ਦਿੱਤਾ, ਲੋਗਨ ਰਾਮ ਖਿਲੌਣਾ ਜਾਨਾ। ਵੀ ਠੀਕ ਹੈ, ਹਰ ਗੁਰਦੁਆਰੇ ਹੁਕਮਨਾਮਾ ਬੋਰਡ ਤੇ ਲਿਖਿਆ ਜਾਂਦਾ, ਤੁਸੀਂ ਵੀ ਲਿਖ ਦਿਆ ਕਰੋ। ਅੱਜ ਹਾਲਾਤ ਇਹ ਹੋ ਗਏ ਨੇ ਕਿ ਹੁਕਮਨਾਮਾ ਅੱਗੇ ਤੋਂ ਅੱਗੇ ਭੇਜ ਦੇਣਾ ਮੈਂ ਨਹੀਂ ਮੰਨਣਾ। ਭਾਈ ਸਾਧ ਜੀ ਸੁਨੇਹਾ ਆਇਆ ਕਿ ਪੁੱਤਰ ਚਲਾਣਾ ਕਰ ਗਏ, ਹੁਣ ਤੇ ਮੁੜ ਜਾਓ। ਮੁਸਕਰਾ ਕੇ ਕਹਿੰਦੇ ਨੇ ਹੁਕਮ ਮੰਨਣ ਵਿੱਚ ਜੋ ਸੁੱਖ ਹੈ, ਆਨੰਦ ਹੈ ਨਾ, ਉਹ ਕਿਤੇ ਵੀ ਨਹੀਂ ਹੈ। ਜੇ ਹੁਕਮ ਗੁਰੂ ਦਾ ਨਾ ਮੰਨ ਰਿਹਾ ਹੁੰਦਾ ਨਾ ਤੇ ਅੱਜ ਬੜਾ ਦੁਖੀ ਹੋਣਾ ਸੀ। ਅੱਜ ਗੁਰੂ ਦੇ ਹੁਕਮ ਵਿੱਚ ਆ ਤੇ ਬਹੁਤ ਸੁਖੀਆਂ, ਲੱਕੜਾਂ ਬਹੁਤ ਨੇ, ਨਹੀਂ ਤੇ ਪਿੰਡ 'ਚ ਘਰ ਘਰ ਲੱਕੜ ਦਿੱਤੀ ਜਾਂਦੀ ਹੈ, ਲੈ ਲਓ ਤੇ ਸੰਸਕਾਰ ਕਰ ਦੋ, ਮੈਂ ਗੁਰੂ ਦਾ ਹੁਕਮ ਪੂਰਾ ਕਰਕੇ ਹੀ ਮੁੜਾਂਗਾ। ਘੋੜੇ ਖਰੀਦ ਕੇ ਤੇ ਆਏ ਤੇ ਇੱਧਰ ਕੀ ਹੋਇਆ ਕਿ ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜਾ ਕੇ ਉੱਥੇ ਸੰਸਕਾਰ ਕੀਤਾ। ਕਿ ਏਡੀ ਵੱਡੀ ਕਿਰਪਾ ਹੁਕਮ ਤੋਂ ਬਿਨਾਂ ਪ੍ਰਾਪਤ ਹੋ ਸਕਦੀ ਸੀ? ਤੇ ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਸਾਧ ਜੀ ਨੂੰ ਗਲਵੱਕੜੀ 'ਚ ਲੈ ਕੇ ਕਿ ਭਾਈ ਸਾਧ ਜੀ, ਤੁਹਾਡੀ ਕਰਨੀ ਅੱਜ ਸਿਖਰ ਤੇ ਹੈ, ਤੇ ਜੋ ਤੁਹਾਡੀ ਇਹ ਕਥਾ ਪ੍ਰੇਮ ਨਾਲ ਸੁਣੇਗਾ ਨਾ, ਉਹਦਾ ਵੀ ਜੀਵਨ ਸਫਲ ਹੋ ਜਾਵੇਗਾ। ਹੁਕਮ ਕੀ ਹੈ? ਹੁਕਮ ਦੇ 'ਚ ਹੁਜਤ ਨਹੀਂ। ਭਾਈ ਲਹਿਣਾ ਜੀ ਸਮਝ ਆ ਗਈ ਸੀ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅਵਸਥਾ ਕੀ ਹੈ। ਤੇ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਹਿ ਦਿੱਤਾ ਨਾ, ਦਰਖਤ ਤੇ ਚੜ ਜਾ, ਹਲਾ ਮਠਿਆਈਆਂ ਡਿੱਗਣਗੀਆਂ, ਸੰਗਤ ਛਕੇਗੀ। ਪਹਿਲਾਂ ਵੀ ਤੇ ਕਿਹਾ ਸੀ ਨਾ 2-4 ਨੂੰ, ਉਹਨਾਂ ਨੇ ਕਹਿ ਦਿੱਤਾ ਕਿ ਸਤਿਗੁਰੂ ਜੀ ਦਰਖਤਾਂ ਤੋਂ ਮਠਿਆਈਆਂ ਨਹੀਂ ਡਿੱਗਦੀਆਂ। ਨੂੰ ਪਤਾ ਤੇ ਭਾਈ ਲਹਿਣਾ ਜੀ ਨੂੰ ਵੀ ਸੀ, ਪਰ ਤੁਰ ਪਏ ਤੇ ਪਿੱਛੋਂ ਆਵਾਜ਼ ਆਈ ਕਿ ਭਾਈ ਲਹਿਣਾ ਜੀ ਦਰਖਤਾਂ ਤੋਂ ਮਠਿਆਈਆਂ ਨਹੀਂ ਡਿੱਗਦੀਆਂ। ਕਹਿੰਦੇ ਨਾ ਡਿੱਗਣ, ਮੈਨੂੰ ਇਸ ਗੱਲ ਨਾਲ ਸਰੋਕਾਰ ਨਹੀਂ ਹੈ ਕਿ ਮਠਿਆਈਆਂ ਡਿੱਗਣਗੀਆਂ ਕਿ ਨਹੀਂ ਡਿੱਗਣਗੀਆਂ। ਮੇਰੇ ਗੁਰੂ ਦਾ ਹੁਕਮ ਹੈ ਤੇ ਮੈਨੂੰ ਪਤਾ ਹੈ ਕਿ ਮੇਰਾ ਗੁਰੂ ਮਾਲਕ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੈ। ਇਹ ਹੁਕਮ ਧੁਰ ਦਰਗਾਹ ਦਾ ਹੋ ਗਿਆ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜੋ ਗੁਰੂ ਇਹ ਕਹਿੰਦਾ ਹੈ ਕਿ ਮੈਂ ਨਹੀਂ ਬੋਲ ਰਿਹਾ, ਇਹ ਮਾਲਕ ਵਾਹਿਗੁਰੂ ਬੋਲ ਰਿਹਾ ਹੈ। ਹਉ ਆਪਾਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਤੇ ਜਿੱਥੇ ਹੁਕਮ ਮੰਨਣ ਦੀ ਅਵਸਥਾ ਇਹ ਹੋ ਜਾਵੇ, ਉਹਦੇ ਵਿੱਚੋਂ ਹੀ ਫਿਰ ਰੱਬ ਬੋਲਦਾ ਹੈ, ਉਹਦੇ ਵਿੱਚੋਂ ਹੀ ਫਿਰ ਵਾਹਿਗੁਰੂ ਬੋਲਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ 15 ਭਗਤਾਂ ਦੀ ਬਾਣੀ, ਗੁਰੂਆਂ ਦੀ ਬਾਣੀ, ਸਿੱਖਾਂ ਦੀ ਬਾਣੀ, ਉਹਨਾਂ ਮਹਾਂਪੁਰਖਾਂ ਦੀ ਇਹ ਜਗ੍ਹਾ ਕਿਸ ਤਰ੍ਹਾਂ ਮਿਲ ਗਈ? ਇਹ ਸਾਰੇ ਉਸ ਅਵਸਥਾ ਤੇ ਪੁੱਜੇ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਜੇ ਕੋਈ ਕਹਿਣਾ ਵੀ ਚਾਹਵੇ ਨਾ
कि गुरु नानक देव साहब जी इतने महान ने, इतने महान ने, पछताना पवेगा। हमरी जेवा एक प्रभ हर के गुण अगम अथा, हम क्यों कर जपह इयानियां, हर तुम वड अगम अगाह। जेवा ते एक है, साडी सियाणप भी इतनी नहीं, असी किस तरह बयान कर सकते हैं। जो गुरु आप कह रहे ने, कोट कोटि मेरी आरजा, पवन पीण अप्याओ, चंद सूरज दो गुफा न देखा, सुपने सौन न थाऊं, भी तेरी कीमत ना पवै, हूं के वड आखा नाऊं। किन्ना काख लांगा असी ते थोड़ा जा आखण ते ही ना मान कर लेंदे हां। कोई ना भी पुछे ते आप ही कह दिंदे हां, ओ जी जद तेरा फोन आया सी मैं ते सुखमनी साहब दा पाठ कर रहा सी। ओ जी ज्ञानी जी जद तुसी फोन कीता सी मैं ते उदों गुरु दी सेवा विच सी। एक ते नॉर्मल गल कर देनी, होर गल है एक जता के गल करनी कि दसना चाहुंदा कि मैं इतना नितनेमी हाँ। नहीं ते बिल्कुल इउं हो जाता है जिद्दां बहुत सारे दुध दे विच थोड़ी जी कांजी पा दित्ती। भाई गुरदास साहब जी कहंदे ने बाणी नहीं फिटदी, बाणी हमेशा पवित्र है, पर साडा नित दा नेम फिट जाता है हौमे दे करके। तीरथ बरत अरदान कर मन में धरै गुमान, नानक महफल जात तह जो कुंचर इशनान। इतिहाथी वर्गा इशनान हो गया। बाबा पृथ्वी चंद बड़ा दावा करते सन, सब कुछ मैं मनदा, मेरे करके चलता है, मेरे करके गुरु रामदास साहब जी का घर संभलिया होया है, सारा इंतजाम मैं संभालदा, बस मैं ही मैं सी। ते दूजे पासे गुरु अर्जन देव साहब तू ही तू, तेरे तो अलावा कोई है ही नहीं। जो हुक्म उही मन लेना, ते हुक्म मनण दा दावा करन वाला पृथ्वी चंद वर्गा जिदा आप अगे तो अगे हुक्म भेज देंदे आ ना, अगे तो अगे हुक्मनामे भेजी जाते हैं, वो अवस्था सी पृथ्वी चंद दी। अमृतसर तो या गोविंदवाल साहब तो लाहौर किन्नी क दूर है, पर कहा ते बहाने इनकार। पर गुरु अर्जन देव साहब जी ने हुक्म होण दी देर सी पुज गए। भाई जेठा जी एवें थोड़ा गुरु रामदास साहब जी बन गए, परख ते थोड़ी हुंदी है पर पता लग जाता है। थड़ा ही बनाना है, पर ज्यों बनाना गुरु ने कह देना ढा दिओ, ठीक नहीं बने, फिर दसना इउं इउं बनाओ, फिर बनाना। हैं ते दोनों दामाद इक्को जगह खड़े ने, इक्को जिहा रिश्ता है, पर भाई रामा जी बोल पाए, आप कहो जिम बिसरै फेर, इसमें दोष अहे क्या मेर। सतगुरु जी तुसी बुजुर्ग हो गए हो, तुहाडा कहा तुहानू ही भुल जाता है, तुसी जिस तरह कहंदे हो मैं उस तरह बना दिंदा, तुसी आप ही भुल जांदे हो। ते जद भाई जेठा जी वाल वेख्या ते हथ जोड़ के खड़े हो गए, सतगुरु जी तुसी ते बिल्कुल ठीक दस दिओ, मैं मत मंद अभाग विचारा, जान सक्यो ना कहो तुम्हारा। मेरी मत बड़ी थोड़ी है, मैं तुहाडा कहा जान ही नहीं सकिया। देखो जुबानी कलामी आप बहुत कहते हैं, दास भी कही जाता है, तेग बहादुर सिमरिया घर नौ निधावै धाए, सब थाई होए सहाए। आप रोज पढ़ी जाते श्री हरिकृष्ण ध्याई है, जिस डिठे सब दुख जाए। फिर कहते हैं दुख क्यों ना दूर होए। अरे भी ध्याया भी है उस तरह, उन्ना को भरोसा है, जिन्होंने है उन्हों दे दुख दूर हो गए। कदी करके वेखो, अत परेशानी विच हो, दुनिया की टेंशन है, निंदर नहीं आ रही,
ਤੇ ਸਰਾਣੇ ਤੇ ਹੀ ਸਿਰ ਰੱਖ ਕੇ ਅੰਦਰ ਪ੍ਰੇਮ ਨਾਲ ਬੋਲੋ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਤੁਹਾਨੂੰ 2-3 ਮਿੰਟ ਨਹੀਂ ਲੱਗਣਗੇ, ਨਿੰਦਰ ਆ ਜਾਵੇਗੀ। ਔਖੇ ਤੋਂ ਔਖੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਸਹਾਈ ਹੋਣਗੇ, ਗੁਰੂ ਹਰਕ੍ਰਿਸ਼ਨ ਸਾਹਿਬ ਸਹਾਈ ਹੋਣਗੇ, ਤੇ ਹੁੰਦੇ ਰਹੇ ਨੇ ਤੇ ਹੁਣ ਵੀ ਹੋ ਰਹੇ ਨੇ। ਜਿਨ੍ਹਾਂ ਨੂੰ ਭਰੋਸਾ ਹੈ ਉਹ ਆ ਕੇ ਭੁੱਬਾਂ ਮਾਰ ਕੇ ਰੋ ਪੈਂਦੇ ਨੇ ਕਿ ਮੈਂ ਇਉਂ ਚੇਤੇ ਕੀਤਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਮੱਖਣ ਸ਼ਾਹ ਲਬਾਣੀ ਵਾਂਗ ਮੇਰਾ ਬੇੜਾ ਪਾਰ ਕਰ ਦਿੱਤਾ। ਪਰ ਕੋਈ ਮੰਨੇ ਵੀ ਤੇ ਸਹੀ ਨਾ ਇਉਂ। ਗੁਰੂ ਹਰਗੋਬਿੰਦ ਸਾਹਿਬ ਤੁਰ ਰਹੇ ਨੇ, ਹੁਕਮ ਦੀ ਗੱਲ ਕਰ ਰਹੇ ਹਾਂ ਆਪਾਂ। ਹੁਕਮ ਮਨ ਹੋਵਾ ਪ੍ਰਮਾਣ, ਤਾਂ ਖਸਮੈ ਕਾ ਮਹਿਲ ਪਾਏ ਸੀ। ਭਾਈ ਝੰਡਾ ਜੀ ਨਾਲ ਤੁਰ ਰਹੇ ਨੇ ਤੇ ਸਤਿਗੁਰੂ ਨੇ ਵੇਖਿਆ ਲੰਗੜਾ ਕੇ ਤੁਰ ਰਹੇ ਨੇ, ਤੇ ਨਜ਼ਰ ਜਦ ਮਾਰੀ ਤੇ ਪੈਰ ਉੱਤੇ ਫੱਟ ਸੀ, ਜ਼ਖਮ ਸੀ। ਤੇ ਸਾਹਿਬ ਨੇ ਕਹਿ ਦਿੱਤਾ, ਝੰਡਿਆ ਜੋੜਾ ਲਾਹ ਦੇ, ਜੁੱਤੀ ਉਤਾਰ ਦੇ, ਕਿਉਂਕਿ ਉਹਦੇ ਕਰਕੇ ਜ਼ਿਆਦਾ ਪਰੇਸ਼ਾਨੀ ਹੋ ਰਹੀ ਸੀ, ਜ਼ਖਮ ਹੋਰ ਜ਼ਿਆਦਾ ਦੁੱਖ ਰਿਹਾ ਸੀ। ਜੋੜਾ ਲਾ ਦਿੱਤਾ ਉਸੇ ਵੇਲੇ ਭਾਈ ਝੰਡਾ ਜੀ ਨੇ। ਕਈ ਦਿਨ ਬੀਤ ਗਏ, ਜੋੜਾ ਪਾਇਆ ਹੀ ਨਾ। ਇੱਕ ਦਿਨ ਫਿਰ ਸਤਿਗੁਰੂ ਜੀ ਦੀ ਨਜ਼ਰ ਪੈ ਗਈ ਤੇ ਚੇਤਾ ਆਇਆ, ਦਿਨ ਕੀ ਮਹੀਨਾ ਬੀਤ ਗਿਆ ਹੈ, ਇਹ ਨੰਗੇ ਪੈਰ ਹੀ ਤੁਰੀ ਫਿਰਦਾ। ਝੰਡਿਆ ਜੋੜਾ ਕਿਉਂ ਨਹੀਂ ਪਾਇਆ? ਸਤਿਗੁਰੂ ਆਪ ਨੇ ਹੁਕਮ ਕੀਤਾ ਸੀ ਜੋੜਾ ਲਾ ਦੇ, ਮੈਂ ਲਾ ਦਿੱਤਾ। ਭੋਲਿਆ, ਮੈਂ ਤੇ ਉਦੋਂ ਤੱਕ ਕਿਹਾ ਸੀ ਜਦ ਤੱਕ ਜ਼ਖਮ ਮੌਲ ਨਹੀਂ ਜਾਂਦਾ, ਉਹ ਫੱਟ ਭਰ ਨਹੀਂ ਜਾਂਦਾ। ਸਤਿਗੁਰੂ ਆਪ ਕਹਿ ਰਹੇ ਹੋ ਮੈਂ ਪਾ ਲੈਂਦਾ, ਉਸੇ ਵੇਲੇ ਜੋੜਾ ਪਾ ਲਿਆ। ਇਹਦਾ ਮਤਲਬ ਇਹ ਨਹੀਂ ਕਿ ਕਿਤੇ ਭਾਈ ਝੰਡਾ ਜੀ ਕੋਈ ਵਿਖਾਵਾ ਕਰ ਰਹੇ ਸਨ। ਨਹੀਂ, ਉਦੋਂ ਸਤਿਗੁਰੂ ਜੀ ਨੇ ਇਹ ਗੱਲ ਨਹੀਂ ਕਹੀ ਸੀ ਕਿ ਜ਼ਖਮ ਹੈ, ਸਿਰਫ ਇਤਨਾ ਕਿਹਾ ਸੀ ਜੋੜਾ ਲਾਹ ਦੇ। ਤੇ ਮੇਰੇ ਗੁਰੂ ਨੇ ਕਿਹਾ ਹੈ, ਮੇਰੀ ਕੀ ਚਤੁਰਾਈ, ਮੇਰੀ ਕੀ ਸਿਆਣਪ। ਯਾਦ ਰੱਖਣਾ, ਜਦ ਅਸੀਂ ਭੋਲੇ ਹੁੰਦੇ ਆ ਨਾ, ਉਦੋਂ ਗੁਰੂ ਛੇਤੀ ਮਿਲਦਾ, ਵਾਹਿਗੁਰੂ ਛੇਤੀ ਮਿਲਦਾ। ਭੋਲੇ ਭਾਏ ਮਿਲੇ ਰਘੁਰਾਇਆ, ਪਾਇਓ ਬਾਲ ਬੁੱਧ ਸੁਖ ਰੇ। ਜਦ ਬੁੱਧੀ ਸਾਡੀ ਬੱਚਿਆਂ ਵਰਗੀ ਸੀ ਨਾ, ਛੋਟੇ ਬੱਚੇ ਨੂੰ ਵੇਖਦੇ ਹੋ, ਮਾਂ ਕਿੰਨਾ ਖਿਆਲ ਰੱਖਦੀ ਹੈ, ਪਿਤਾ ਕਿੰਨਾ ਸੰਭਾਲ ਕੇ ਰੱਖਦਾ ਹੈ, ਕਿਸ ਤਰ੍ਹਾਂ ਉਹਨੂੰ ਵਸਤਰ ਪਵਾਏ ਜਾਂਦੇ ਨੇ। ਜੇ ਉਹ ਕੋਈ ਗੁਨਾਹ ਵੀ ਕਰ ਦੇਵੇ, ਭੁੱਲ ਵੀ ਕਰ ਦੇਵੇ, ਕੋਈ ਚੀਜ਼ ਤੋੜ ਵੀ ਦੇਵੇ, ਜਦ ਤੱਕ ਬੱਚਾ ਨਾ 4 ਸਾਲ ਦਾ ਹੈ, 5 ਸਾਲ ਤੱਕ ਦਾ ਵੀ ਹੈ, ਮਾਫ ਕਰ ਦਿੱਤਾ ਜਾਂਦਾ ਉਹਨੂੰ ਕਈ ਵਾਰੀ, ਕਿਉਂਕਿ ਉਹਨੂੰ ਸਮਝ ਨਹੀਂ ਹੈ। ਪਰ ਜੋ ਥੋੜਾ ਵੱਡਾ ਹੁੰਦਾ ਹੈ, ਆਪਣੇ ਆਪ ਨੂੰ ਸਮਝਦਾਰ ਕਹਿਣ ਲੱਗ ਜਾਂਦਾ ਹੈ। ਅੱਜ ਤਾਂ 13 ਸਾਲ ਦਾ ਬੱਚਾ ਮਾਂ ਨੂੰ ਕਹਿ ਦਿੰਦਾ, ਤੇਰੇ ਤੋਂ ਜ਼ਿਆਦਾ ਮੈਨੂੰ ਪਤਾ, ਤੁਸੀਂ ਨਾ ਬੋਲੋ। ਕਈ ਮਾਵਾਂ ਨੇ ਅੱਖਾਂ 'ਚ ਅਥਰੂ ਲੈ ਕੇ ਕਿਹਾ ਆਪਣੇ ਬੱਚਿਆਂ ਬਾਰੇ ਕਿ ਇਤਨਾ ਨਾਦਾਨ ਹੋ ਗਿਆ ਹੈ ਕਿ ਪਿਤਾ ਦੇ ਮੁੜਦਿਆਂ ਹੀ ਪਿੱਠ ਪਿੱਛੇ ਕਹਿੰਦਾ ਬੁੱਢਾ ਪਾਗਲ ਹੋਇਆ। ਹੁਣ ਇਹੋ ਜਿਹੇ ਬੱਚਿਆਂ ਦੀ ਸੰਭਾਲ ਕੌਣ ਕਰੇਗਾ? ਹੁਣ ਤੇ ਸਿਆਣੇ ਹੋ ਗਏ ਨੇ ਜੀ, ਭਾਵੇਂ ਧੱਕੇ ਖਾਣ, ਭਾਵੇਂ ਜੋ ਮਰਜ਼ੀ ਕਰਨ, ਮਾਂ ਬਾਪ ਵੀ ਬੇਫਿਕਰ ਹੋ ਜਾਂਦੇ ਨੇ। ਪਰ ਜੋ ਬੱਚਾ ਆਗਿਆਕਾਰੀ ਹੁੰਦਾ ਹੈ, ਭਾਵੇਂ ਦੁਨੀਆ ਦਾ ਪ੍ਰੋਫੈਸਰ ਬਣ ਜਾਵੇ, ਫਿਲਾਸਫਰ ਬਣ ਜਾਵੇ, ਪਰ ਪਿਤਾ ਦੇ ਸਾਹਮਣੇ ਹੱਥ ਜੋੜ ਕੇ ਕਹਿੰਦਾ ਏ ਕਿ ਪਿਤਾ ਜੀ ਤੁਹਾਡੇ ਸਾਹਮਣੇ ਮੈਂ ਕੁਛ ਵੀ ਨਹੀਂ ਆ, ਪਿਤਾ ਕਾ ਜਨਮ ਕੇ ਜਾਣੇ ਪੂਤ। ਐਵੇਂ ਥੋੜਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਮਿਲ ਗਈ। ਨਾਨਕ ਗਰੀਬ ਢਹਿ ਪਿਆ ਦੁਆਰਾ, ਹਰ ਮੇਲ ਲੇਹੋ ਵਡਿਆਈ। ਮੈਂ ਤੇ ਬਹੁਤ ਗਰੀਬ ਹਾਂ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਛਾਰੀ। ਤਿਸ ਆਗੈ ਕੋ ਨ ਟਿਕੈ ਵਿਕਾਰੀ, ਗੁਰ ਪੂਰੈ ਇਹ ਗੱਲ ਸਾਰੀ। ਮੇਰੇ ਪਿਤਾ ਨੇ ਮੈਨੂੰ ਇਹ ਗੱਲ ਸਮਝਾਈ ਹੈ, ਗਰੀਬੀ ਹੋਵੇ ਤੇਰੇ ਕੋਲ, ਗਰੀਬੀ ਕਹਿ ਨਿਮਰਤਾ ਨੂੰ,
ਮਤਾ ਕਿਤੇ ਸਮਝ ਲੈਣਾ ਝੁੱਗੀ ਝੋਪੜੀਆਂ ਵਿੱਚ ਰਹਿਣ ਵਾਲੇ ਗਰੀਬ ਨੇ, ਉਹ ਦੂਜੇ ਪੱਖ ਤੋਂ ਗਰੀਬ ਹੋ ਸਕਦੇ ਨੇ ਕਿ ਕੱਪੜਾ ਨਹੀਂ ਹੈ, ਖਾਣਾ ਨਹੀਂ ਹੈ, ਪਰ ਉੱਦਾਂ ਗਰੀਬ ਨਹੀਂ ਨੇ। ਜੇ ਕਿਸੇ ਨਾਲ ਨਾ ਉਹਨਾਂ ਦੀ ਬਹਿਸ ਹੋ ਜਾਵੇ, ਝਗੜਾ, ਤੇ ਸਿੱਧਾ ਹੀ ਕਹਿ ਦੇਗਾ ਉਹ ਕਿ ਮੇਰੀ ਤੇ ਇੱਜ਼ਤ ਹੈ ਨਹੀਂ, ਤੇਰੀ ਰਹਿਣ ਨਹੀਂ ਦਾਂਗਾ। ਜਾਂ ਜਿਹੜਾ ਕਹਿ ਰਿਹਾ ਹੈ ਕਿ ਤੇਰੇ ਕੋਲ ਹੈ ਪਾਵਰ, ਤੇਰੇ ਕੋਲ ਹੈ ਦੌਲਤ, ਮੇਰੇ ਕੋਲ ਹੁੰਦੀ ਫਿਰ ਮੈਂ ਤੈਨੂੰ ਦੱਸਦਾ, ਫਿਰ ਇਹ ਕਾਹਦਾ ਗਰੀਬ ਹੋਇਆ। ਗੁਰਮਤਿ ਹਿਰਦੈ ਗਰੀਬੀ ਆਵੈ। ਉਹਨਾਂ ਕੋਲ ਸੀ ਗਰੀਬੀ ਗੁਰੂ ਨਾਨਕ ਦੇਵ ਸਾਹਿਬ ਜੀ ਅੰਦਰ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਹੁਣ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਵੱਡਾ ਕੌਣ ਹੈ? ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਇੰਨਾ ਵੱਡਾ ਹੋ ਕੇ ਵੀ ਇੰਨੀ ਨਿਮਰਤਾ, ਇਤਨਾ ਨੀਵਾਂਪਣ ਕਿਉਂ? ਕਿਉਂਕਿ ਉਸ ਭੇਦ ਨੂੰ ਜਾਣਿਆ ਸੀ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਰੋਜ਼ ਹੀ ਕਹਿ ਦਿੰਦੇ ਆ ਕਿ ਹੁਣ ਇਹ ਬੰਗਲਾ ਸਾਹਿਬ ਦੀ ਜਿਹੜੀ ਇਮਾਰਤ ਹੈ, ਸੀਸਗੰਜ ਸਾਹਿਬ ਦੀ ਇਮਾਰਤ ਹੈ, ਇਹ ਐਵੇਂ ਨਹੀਂ 100-100 ਸਾਲ ਖੜੀਆਂ। ਇਹਨਾਂ ਦੀ ਬੁਨਿਆਦ ਬੜੀ ਡੂੰਘੀ ਹੈ। ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ, ਹੋਰਾਂ ਨੇ, ਜਾਂ ਉਦੋਂ ਜਿਨ੍ਹਾਂ ਨੇ ਬਣਵਾਇਆ ਹੈ। ਜਿਸ ਵੀ ਇਮਾਰਤ ਦੀ ਜਿਤਨੀ ਬੁਨਿਆਦ ਨੀਵੀਂ ਜਾਵੇਗੀ, ਉਤਨੀ ਵੱਡੀ ਬਿਲਡਿੰਗ ਖੜੀ ਕੀਤੀ ਜਾ ਸਕਦੀ, ਇਮਾਰਤ ਖੜੀ। ਬਸ ਇਹ ਭੇਦ ਹੈ, ਜਿਤਨਾ ਅਸੀਂ ਨਿਮਰਤਾ ਵਿੱਚ ਆਉਂਦੇ ਜਾਵਾਂਗੇ, ਉਤਨਾ ਅਸੀਂ ਉੱਪਰ ਉੱਠਦੇ ਚਲੇ ਜਾਵਾਂਗੇ। ਫਿਰ ਲੱਖ ਨਿੰਦਾ ਕਰਨ ਵਾਲੇ ਲੋਕ ਹੋਣ, ਕੋਈ ਪਰਵਾਹ ਹੀ ਨਹੀਂ, ਕੁਝ ਵੀ ਕਹਿ ਦਵੇ ਕੋਈ। दुनिया में सबसे बड़ा है रोग, क्या कहेंगे मेरे बारे में लोग। बस यही तो सोच के परेशान होंगे हैं कि फलाना मेरे बारे ये कह रहा, ये कह रहा है। पर साहब की कहते ने, दुनिया कियां वडियाइयां अग्गी सेती जाल, इन्नी जली नाम विसारिया एक न चली नाल। ਜਿਹੜੇ उस अवस्था ते पहुँच जाते हैं, वो कहते कोई भला कहो भावें बुरा कहो, हम तन दियो है ढार। ਅਸੀਂ ਤੇ ਗੁਰੂ ਦੇ ਚਰਨਾਂ 'ਚ ਆ ਗਏ, ਅਬ ਹਮ ਚਲੀ ਠਾਕੁਰ ਪੈਹਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ। ਹੁਣ ਕੋਈ ਭਲਾ ਕਵੇ ਭਾਵੇਂ ਬੁਰਾ ਕਵੇ, ਕੀ ਪਰਵਾਹ ਹੈ। ਤੇ ਸਾਹਿਬ ਅੱਜ ਜੋ ਕਹਿ ਰਹੇ ਨੇ, ਕਹਿੰਦੇ ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਕੋਈ ਕਹਿ ਦਵੇ ਨਾ ਜੋ ਉਸ ਅਵਸਥਾ ਤੇ ਪੁੱਜ ਚੁੱਕਿਆ ਹੈ, ਉਹਦੀ ਵਡਿਆਈ ਮੈਂ ਕਾਗਜ਼ ਕਲਮ ਨਾਲ ਲਿਖ ਲਿਆ, ਨਹੀਂ ਲਿਖੀ ਜਾ ਸਕੇਗੀ। ਜਿਸ ਤਰ੍ਹਾਂ ਵਾਹਿਗੁਰੂ ਦੀ ਵਡਿਆਈ ਨਹੀਂ ਲਿਖੀ ਜਾ ਸਕਦੀ। ਕਲਮ ਕਰੋ ਬਨ ਰਹਾ ਹੈ, ਸਾਰੀ ਬਨਸਪਤੀ ਕਲਮ ਬਣ ਜਾਵੇ। ਮਸੂ ਤੋਟ ਨਾ ਆਵੇ, ਸਿਆਹੀ ਦੀ ਤੋਟ ਹੀ ਨਾ ਆਵੇ, ਬਸ ਲਿਖੀ ਜਾਓ। ਹਵਾ ਦੇ ਵੇਗ ਵਾਂਗ ਲਿਖਿਆ ਜਾਵੇ। ਕਿ ਲਿਖਿਆ ਜਾ ਸਕਦਾ? ਨਹੀਂ। ਕਾਗਦ ਕਲਮ ਨਾਲ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਜੋ ਮੰਨ ਚੁੱਕਿਆ ਹੈ ਪਰਮਾਤਮਾ ਵਾਹਿਗੁਰੂ ਦੇ ਹੁਕਮ ਨੂੰ, ਜਿਹਨੇ ਪ੍ਰੈਕਟੀਕਲ ਤੌਰ ਤੇ ਮੰਨ ਲਿਆ ਹੈ, ਉਹਦੀ ਵਿਚਾਰ ਬਹਿ ਕੇ ਵੀ ਕੀਤੀ ਜਾਵੇ ਤੇ ਵਿਚਾਰ ਵੀ ਨਹੀਂ ਕਰ ਸਕਦੇ, ਕਿਉਂਕਿ ਇੰਨੀ ਵੱਡੀ ਸੁਰਤ ਕਿਸੇ ਦੀ ਹੈ ਨਹੀਂ। ਤੇ ਸਾਹਿਬ ਅਖੀਰ ਵਿੱਚ ਕਹਿੰਦੇ ਨੇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮਨ ਮੰਨਣਾ ਤੇ ਮਨ ਇਸ ਮਨ ਦੇ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਮੰਨ ਲੈਣਾ ਕਿ ਮੈਂ ਹੁਣ ਉਹਦੇ ਹੁਕਮ ਵਿੱਚ ਹੀ ਜੀਵਾਂਗਾ। ਫਿਰ ਦੇਖੋ ਜੋ ਹੁਕਮ ਵਿੱਚ ਸੁੱਖ ਹੈ ਨਾ, ਉਹ ਕਿਤੇ ਵੀ ਨਹੀਂ। ਬੜਾ ਤੁਸੀਂ ਪੜ੍ਹ ਲੈਂਦੇ ਹੋਗੇ ਗੱਡੀਆਂ ਦੇ ਉੱਤੇ, ਹੋਰ ਦਾਤਾਂ ਉੱਤੇ, ਇਹ ਵੀ ਦਾਤ ਤੇਰੀ ਦਾਤਾਰ। ਕਿ ਸੁੱਖ ਹੀ ਦਾਤ ਹੈ? ਨਹੀਂ,
ਵੱਡੇ ਤੋਂ ਵੱਡਾ ਦੁੱਖ ਆਵੇ, ਪਰੇਸ਼ਾਨੀ ਵਿੱਚ ਹੋ ਤੇ ਲਾਈਨਾਂ ਪੜੋ, ਕੇਤੀਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਉਦੋਂ ਫਿਰ ਦੇਖਿਓ ਕਿੰਨਾ ਧੀਰਜ ਮਿਲਦਾ ਹੈ, ਕਿੰਨਾ ਦਿਲਾਸਾ ਮਿਲਦਾ ਹੈ, ਕਿਉਂਕਿ ਇਹ ਵੀ ਉਹਦੇ ਹੁਕਮ ਵਿੱਚ ਹੈ। ਕੇਵਲ ਸੁੱਖ ਹੀ ਥੋੜਾ ਦਾਤ ਨੇ, ਦੁੱਖ ਨੂੰ ਵੀ ਦਾਤ ਕਰਕੇ ਮੰਨ, ਫਿਰ ਹੁਕਮ ਦੀ ਖੇਡ ਸਮਝ ਆ ਜਾਵੇਗੀ। ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ, ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਜਪਜੀ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਨੀ ਬਹੁਤ ਔਖੀ ਆ। ਹਰ ਇੱਕ ਬਾਣੀ ਦੀ ਵਿਚਾਰ, ਇਹ ਵੱਡ ਉੱਚਾ ਹੋਵੈ ਕੋਏ ਤੇ ਸੂਚੈ ਕੋ ਜਾਣੈ ਸੋਏ। ਗੁਰੂ ਕਿਰਪਾ ਕਰੇ ਕਿ ਮੈਨੂੰ ਵੀ ਸਮਝ ਦੇ ਦੇਵੇ ਦਾਤਾ, ਤੇ ਆਪਾਂ ਸਾਰਿਆਂ ਨੂੰ ਸਿਰਫ ਹੁਕਮ ਸੈਂਡ ਨਾ ਕਰੀਏ, ਹੁਕਮ ਮੰਨਣ ਵਾਲੇ ਪਾਸੇ ਵੀ ਤੁਰੀਏ। ਸੋ ਸਾਂਝੇ ਤੌਰ ਤੇ ਸਭ ਲਈ ਅਰਦਾਸ ਹੈ, ਸ੍ਰੀ ਹਰਿ ਕ੍ਰਿਸ਼ਨ ਤਿਹਾਈ ਹੈ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ